ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਦੋਸਤੋ। ਅੱਜ ਅਸੀਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ। ਇੱਕ ਐਸੀ ਸ਼ਖਸੀਅਤ ਜਿਸ ਨੇ ਇਸ ਲੜਾਈ ਨੂੰ ਨਾ ਕੇਵਲ ਜਿੱਤਿਆ ਬਲਕਿ ਲੱਖਾਂ ਲੋਕਾਂ ਦੇ ਵਾਸਤੇ ਉਹ ਪ੍ਰੇਰਨਾ ਦਾ ਸਰੋਤ ਬਣੇ। ਰੋਹਿਤ ਸਾਡੇ ਨਾਲ ਨੇ ਔਰ ਰੋਹਿਤ ਨੇ ਜੋ ਆਪਣੇ ਇਸ ਮਹਾਮਾਰੀ ਦੇ ਦੌਰਾਨ ਸਭ ਤੋਂ ਪਹਿਲੇ ਪੇਸ਼ੈਂਟ ਦੇ ਰੂਪ ਅੰਦਰ ਜਿਨ੍ਹਾਂ ਨਾਲ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਠੀਕ ਹੋਣ ਤੋਂ ਬਾਅਦ ਕਿਸ ਤਰੀਕੇ ਇਹਨਾਂ ਨੇ ਉਸ ਨੂੰ ਬੀਟ ਕੀਤਾ ਔਰ ਕਿਸ ਤਰੀਕੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਇਹਨਾਂ ਦੇ ਸਹਾਈ ਹੋਏ। ਸਭ ਤੋਂ ਵੱਡੀ ਗੱਲ ਆ ਕਿ ਉਹ ਪਵਿੱਤਰ ਸਥਾਨ ਜਿਸ ਤੋਂ ਲੱਖਾਂ ਲੋਕ ਬਿਮਾਰੀਆਂ ਦਾ ਨਿਵਾਰਨ ਕਰਕੇ ਜਾਂਦੇ ਨੇ, ਨਿਰੋਗ ਹੋ ਕੇ ਜਾਂਦੇ ਨੇ, ਉਸ ਪਵਿੱਤਰ ਸਥਾਨ ਦੇ ਭਾਵੇਂ ਅੱਜ ਤੱਕ ਇਹਨਾਂ ਖੁਦ ਦਰਸ਼ਨ ਨਹੀਂ ਕੀਤੇ ਸੀ, ਪਰ ਉੱਥੋਂ ਦੇ ਅੰਮ੍ਰਿਤ ਨੇ ਕਿਵੇਂ ਚਮਤਕਾਰ ਕੀਤਾ ਔਰ ਕਿਵੇਂ ਇਹਨਾਂ ਦੀ ਜ਼ਿੰਦਗੀ ਦੇ ਅੰਦਰ ਤਬਦੀਲੀ ਆਈ, ਇਹ ਰੋਹਿਤ ਤੁਹਾਨੂੰ ਆਪ ਦੱਸਣਗੇ। ਮੇਰੇ ਨਾਲ ਕੈਪਟਨ ਗੁਜਰਾਲ ਨੇ। ਗੁਜਰਾਲ ਸਾਹਿਬ ਰੋਹਿਤ ਜੀ ਦੇ ਮਿੱਤਰ ਵੀ ਨੇ ਔਰ ਇਕੱਠੇ ਮੇਰੇ ਵੀ ਦੋਸਤ ਨੇ ਔਰ ਅਸੀਂ ਬਹੁਤ ਪੁਰਾਣੇ ਇੱਕ ਦੂਜੇ ਸੰਪਰਕ ਸਾਂ। ਔਰ ਜਦੋਂ ਇਹ ਸਾਰੀ ਘਟਨਾਕ੍ਰਮ ਚੱਲ ਰਿਹਾ ਸੀ ਤੇ ਗੁਜਰਾਲ ਜੀ ਰੋਹਿਤ ਜੀ ਨਾਲ ਸੰਪਰਕ ਅੰਦਰ ਵੀ ਸੀ ਔਰ ਇਹਨਾਂ ਮੈਨੂੰ ਜਦੋਂ ਦੱਸਿਆ ਤੇ ਮੈਂ ਸੋਚਿਆ ਕਿ ਸਭ ਲੋਕਾਂ ਤੱਕ ਇਸ ਗੱਲ ਨੂੰ ਪਹੁੰਚਾਉਣਾ ਚਾਹੀਦਾ। ਇਸ ਕਰਕੇ ਮੈਂ ਤੁਹਾਨੂੰ ਸਭ ਨੂੰ ਨਾਲ ਜੋੜ ਕੇ ਮੈਂ ਚਾਹੂੰਗਾ ਸਭ ਤੋਂ ਪਹਿਲਾਂ ਰੋਹਿਤ ਜੀ, ਤੁਸੀਂ ਜਿਹੜੇ ਲੋਕ ਸਾਨੂੰ ਸੁਣ ਰਹੇ ਨੇ ਇਸ ਵੇਲੇ, ਉਹਨਾਂ ਨੂੰ ਜੋ ਇਹ ਤੁਹਾਡੀ ਆਪ ਬੀਤੀ ਆ ਉਸ ਦੀ ਜ਼ਰੂਰ ਜਾਣਕਾਰੀ ਦਿਓ। ਸਭ ਨੂੰ ਬਹੁਤ ਬਹੁਤ ਨਮਸਤੇ। ਸਿਰਸਾ ਸਾਹਿਬ, ਮੈਨੂੰ ਡਿਟੈਕਟ ਹੋ ਗਿਆ 1 ਮਾਰਚ ਨੂੰ। ਸਰਕਾਰ ਨੂੰ ਪਤਾ ਚੱਲ ਗਿਆ ਕਿ ਮੈਂ ਦਿੱਲੀ ਦਾ ਪਹਿਲਾ ਕੋਰੋਨਾ ਪੇਸ਼ੈਂਟ ਹੈਗਾ ਜੀ, ਤੇ ਮੈਨੂੰ ਉਹਨਾਂ ਨੇ ਸਫਦਰਜੰਗ ਹਸਪਤਾਲ 'ਚ ਭੇਜ ਦਿੱਤਾ। ਮੈਂ ਗਿਆ, ਰਾਮ ਮਨੋਹਰ ਲੋਹੀਆ ਸੀ, ਉੱਥੋਂ ਸਫਦਰਜੰਗ ਚਲੇ ਗਏ। 2 ਤਰੀਕ ਨੂੰ ਡਾਕਟਰਸ ਨੇ ਦੱਸਤਾ ਕਿ ਰੋਹਿਤ ਯੂ ਆਰ ਕੋਰੋਨਾ ਪੋਜ਼ਿਟਿਵ। ਜਿਸ ਤਰ੍ਹਾਂ ਪੋਜ਼ਿਟਿਵ ਹੋਇਆ ਤੇ ਹੁਣ ਸੋਸ਼ਲ ਮੀਡੀਆ 'ਚ ਸਪਰੈਡ ਹੋ ਗਿਆ। ਤੇ ਮੇਰੇ ਇੱਕ ਫਰੈਂਡ ਹੈਗੇ ਹੈ ਜੋ ਸਿੱਖ ਹੈ ਔਰ ਬ੍ਰਿਗੇਡੀਅਰ ਰਿਟਾਇਰ ਹੋਏ ਆ ਫੌਜ ਤੋਂ। ਉਹਨਾਂ ਦਾ ਕੈਨੇਡਾ ਤੋਂ ਫੋਨ ਆਇਆ ਕਿ ਰੋਹਿਤ ਤੂੰ ਚਿੰਤਾ ਨਹੀਂ ਕਰ, ਸਭ ਠੀਕ ਹੋ ਜਾਏਗਾ। ਔਰ ਉਹਨਾਂ ਨੇ ਕਿਸੇ ਨੂੰ ਕਹਿ ਕੇ ਮੇਰੇ ਕੋਲ ਬੰਗਲਾ ਸਾਹਿਬ ਗੁਰਦੁਆਰੇ ਦਾ ਅੰਮ੍ਰਿਤ ਭੇਜਤਾ। ਅੰਮ੍ਰਿਤ ਭੇਜਿਆ ਔਰ ਕੜਾਹ ਭੇਜਿਆ। ਕੜਾਹ ਤੇ ਮੈਂ ਸਵੀਟ ਡਿਸ਼ ਸਮਝ ਕੇ ਲੰਚ ਦੇ ਨਾਲ ਹੀ ਖਾ ਗਿਆ। ਤੇ ਫਿਰ ਜਦ ਅੰਮ੍ਰਿਤ ਦੀ ਬਾਰੀ ਆਈ ਤੇ ਮੈਂ ਉਹਨਾਂ ਨੂੰ ਫੋਨ ਕੀਤਾ। ਮੈਂ ਕਿਹਾ ਯਾਰ ਮੈਨੂੰ ਇਹ ਦੱਸ ਦਿਓ ਕਿ ਇਹ ਯੂਜ਼ ਕਿਵੇਂ ਕਰਨਾ ਹੈ। ਉਹਨਾਂ ਨੇ ਕਿਹਾ 1 ਬੋਤਲ 'ਚ 1 ਢੱਕਣ ਮਿਨਰਲ ਵਾਟਰ ਦੀ, 1 ਬੋਤਲ 'ਚ 1 ਢੱਕਣ ਅੰਮ੍ਰਿਤ ਦਾ ਪਾ ਦਿਓ। ਮੈਂ ਉਹਨੂੰ ਫੋਲੋ ਕਰਤਾ। ਸਿਰਸਾ ਸਾਹਿਬ, ਤੁਸੀਂ ਯਕੀਨ ਮੰਨੋ ਔਰ ਤੁਸੀਂ ਟਰਾਈ ਕੀਤਾ ਹੋਏਗਾ ਸ਼ਾਇਦ, ਉਹ ਬੋਤਲ 'ਚ 1 ਢੱਕਣ ਨੇ ਬੋਤਲ ਦਾ ਟੇਸਟ ਚੇਂਜ ਕਰ ਦਿੱਤਾ। ਠੀਕ ਹੈ ਜੀ। ਉਹ ਮੈਨੂੰ ਸਮਝ ਨਹੀਂ ਆਈ, ਮਗਰ ਮੈਂ ਉਹ ਪੀਂਦਾ ਰਿਹਾ। ਔਰ ਮਤਲਬ ਜਿਸ ਤਰ੍ਹਾਂ ਆਪ ਤੁਸੀਂ ਸਮਝ ਲਓ ਕਿ ਮੈਨੂੰ ਰੋਜ਼ ਨਾ ਫਰਕ ਲੱਗਦਾ ਸੀ ਜੀ। ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਕਦੇ ਵੀ ਮਤਲਬ ਦਿੱਲੀ ਦੇ ਕਿਸੇ ਵੀ ਗੁਰਦੁਆਰੇ 'ਚ ਨਹੀਂ ਗਿਆ, ਮਗਰ ਮੈਂ ਜਦੋਂ ਵੀ ਗੁਰਦੁਆਰੇ ਦੇ ਅੱਗੇ ਤੋਂ ਲੰਘਦਾ ਸੀ ਤੇ ਉਹ ਨਿਸ਼ਾਨ ਸਾਹਿਬ ਨੂੰ ਦੇਖ ਕੇ, ਨਿਸ਼ਾਨ ਸਾਹਿਬ ਦਾ ਨਾਂ ਵੀ ਕੈਪਟਨ ਗੁਜਰਾਲ ਨੇ ਮੈਨੂੰ ਦੱਸਿਆ। ਮੈਂ ਕਿਹਾ ਇਹਨਾਂ ਨੂੰ ਕਿ ਝੰਡੇ ਦੇ ਉੱਤੇ ਝੰਡਾ ਲੱਗਿਆ ਹੋਇਆ ਜਾਂ ਡੰਡੇ ਦੇ ਉੱਤੇ, ਉਹ ਇਹਨਾਂ ਨੇ ਦੱਸਿਆ। ਉਹ ਨਿਸ਼ਾਨ ਸਾਹਿਬ ਨੂੰ ਦੇਖ ਕੇ ਪਾਠ ਕਰਦਾ ਜਾਂਦਾ ਸੀ ਔਰ ਕਦੇ ਅੱਗੇ ਵੀ ਨਿਕਲ ਜਾਂਦਾ ਸੀ। ਆਪਣੇ ਡਰਾਈਵਰ ਨੂੰ ਕਹਿੰਦੇ ਤੂੰ ਗੱਡੀ ਰੋਕ ਲੈ, ਮੈਂ ਨਿਸ਼ਾਨ ਸਾਹਿਬ ਤੇ ਹੀ ਦੇਖ ਕੇ ਖਤਮ ਕਰਨਾ ਹੈ ਪਾਠ। ਚਲੋ, ਉਹ ਮੇਰੇ ਕੋਲ ਆ ਗਿਆ ਆਪਣਾ ਅੰਮ੍ਰਿਤ, ਤੇ ਮੈਂ ਉਹਨੂੰ ਰੋਜ਼ ਮਤਲਬ ਸੋਚੋ ਅਗਰ 14 ਦਿਨਾਂ 'ਚ 20-25 ਬੋਤਲਾਂ 2-2 ਲੀਟਰ ਵਾਲੀ ਪੀਤੀ, ਉਹ ਬਚ ਗਿਆ ਅੰਮ੍ਰਿਤ। ਫਿਰ ਮੈਂ ਆਪਣੇ ਉਹ ਫਰੈਂਡ ਨੂੰ ਫੋਨ ਕੀਤਾ। ਮੈਂ ਕਿਹਾ ਸੁਪਰੀਆ ਹੁਣ ਕੀ ਕਰਾਂ ਕਿ ਉਹ ਬਚ ਗਿਆ। ਉਹ ਕਹਿੰਦੇ ਕਿ ਮੈਂ ਸਾਰਾ ਇੱਕੋ ਵਾਰੀ 'ਚ ਪੀ ਲਾਂ ਕਿ ਇੰਜ ਨਾ ਹੋਏ ਕਿ ਇੰਨਾ ਅੰਮ੍ਰਿਤ ਹੋ ਜਾਏ ਬੋਡੀ 'ਚ ਕਿ ਮੈਂ ਪੋਜ਼ਿਟਿਵਿਟੀ ਫਟ ਜਾਏ ਬੋਡੀ ਗਈ, ਟੂ ਮਚ ਨਾ ਹੋ ਜਾਏ। ਉਹ ਕਹਿੰਦੀ ਚਿੰਤਾ ਨਹੀਂ ਕਰ, ਪੀ ਲੈ ਪੂਰੇ ਦਾ ਪੂਰਾ। ਮੈਂ ਪੀ ਲਿੱਤਾ। ਹੁਣ ਮੈਨੂੰ ਪਤਾ ਨਹੀਂ ਸੀ ਜੀ ਕਿ ਮੇਰੇ ਨਾਲ ਹੋਇਆ ਕੀ, ਮਤਲਬ ਇਹ। ਔਰ ਮੈਂ ਮਤਲਬ ਤੁਸੀਂ ਹੈਰਾਨ ਰਹੋਗੇ, ਮੈਂ ਅੰਦਰ ਹੀ ਡਿਸਾਈਡ ਕਰ ਲਿੱਤਾ ਸੀ ਕਿ ਮੈਂ ਘਰ ਤੋਂ ਨਿਕਲਦੇ ਹੀ ਸਭ ਤੋਂ ਪਹਿਲਾਂ ਮੈਂ ਗੁਰਦੁਆਰਾ ਬੰਗਲਾ ਸਾਹਿਬ ਜਾਵਾਂਗਾ। ਮੈਂ ਅੱਜ ਤੱਕ ਗਿਆ ਨਹੀਂ, ਮਗਰ ਮੈਂ ਉਹ ਚਮਤਕਾਰੀ ਸ਼ਕਤੀ ਦੇਖ ਲਿੱਤੀ ਕਿ ਉਹ ਕੀ ਚਮਤਕਾਰ ਹੈ। ਦੇਖੋ, ਯੋਗਾ ਨੇ ਆਪਣਾ ਕੰਮ ਕੀਤਾ, ਡਾਕਟਰ ਨੇ ਆਪਣਾ ਕੰਮ ਕੀਤਾ, ਬਟ ਜੋ ਉੱਪਰ ਵਾਲੇ ਨੇ ਕੰਮ ਕੀਤਾ ਨਾ ਕਿ ਆਈਸੋਲੇਸ਼ਨ ਵਾਰਡ ਦੇ ਅੰਦਰ ਬੰਦਾ ਨਹੀਂ ਆ ਸਕਦਾ ਜੀ। ਮੇਰੇ ਕੋਲ ਅੰਮ੍ਰਿਤ ਆ ਗਿਆ, ਪ੍ਰਸ਼ਾਦ ਆ ਗਿਆ, ਮੇਰੇ ਕੋਲ ਪ੍ਰਸ਼ਾਦ ਆ ਗਿਆ। ਰੋਹਿਤ ਜੀ, ਇਹੀ ਗੱਲ ਆ, ਜਿੱਥੇ ਸਾਇੰਸ ਖਤਮ ਹੁੰਦੀ ਆ ਨਾ ਉੱਥੇ ਪਰਮਾਤਮਾ ਸ਼ੁਰੂ ਹੁੰਦਾ ਹੈ। ਜਿਵੇਂ ਰੋਹਿਤ ਜੀ ਇਹ ਵੀ ਗੱਲ ਦੱਸ ਰਹੇ ਸੀ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਕਿਸ ਤਰੀਕੇ ਭਾਵੇਂ ਉਹਨਾਂ ਨੂੰ ਗੁਰਬਾਣੀ ਪੰਜਾਬੀ ਅੰਦਰ ਲਿਪੀ ਅੰਦਰ ਨਹੀਂ ਆਉਂਦੀ ਸੀ, ਪਰ ਇਹਨਾਂ ਨੂੰ ਇਹਨਾਂ ਦੇ ਦੋਸਤ ਨੇ ਇੰਗਲਿਸ਼ ਅੰਦਰ ਉਹਦੀ ਟ੍ਰਾਂਸਲੇਸ਼ਨ ਭੇਜੀ, ਇੰਗਲਿਸ਼ ਅੰਦਰ ਭੇਜੀ ਔਰ ਇਹ ਉਸਨੂੰ ਸਰਵਣ ਕਰਦੇ। ਰੋਹਿਤ ਜੀ, ਉਹ ਵੀ ਆਪਣਾ ਐਕਸਪੀਰੀਅੰਸ ਜਿਹੜਾ ਸ਼ੇਅਰ ਕਰੋ। ਸਰ, ਉਹੀ ਕੈਨੇਡਾ ਤੋਂ ਉਹੀ ਬ੍ਰਿਗੇਡੀਅਰ ਸਾਹਿਬ ਨੇ ਮੈਨੂੰ ਗੁਰਬਾਣੀ ਦੇ
ਲਿਖੇ, ਮਤਲਬ ਪੰਜਾਬੀ ਦਾ ਪਹਿਲੇ ਲਿਖਿਆ ਕਿ ਇਹ ਮੈਂ ਤੈਨੂੰ ਫੋਟੋ ਭੇਜ ਰਿਹਾ ਔਰ ਇਹ ਉਹਦੀ ਉਹ ਟ੍ਰਾਂਸਲੇਸ਼ਨ ਇੰਗਲਿਸ਼ 'ਚ, ਤੇ ਮੈਂ ਇੰਗਲਿਸ਼ 'ਚ ਟ੍ਰਾਂਸਲੇਟ ਕਰ ਦਿੱਤੀ। ਉਹ ਜੋ ਕਹਿੰਦੇ ਸੀ ਮੈਂ ਉਹ ਮਤਲਬ ਮੈਂ ਪੜ੍ਹਦਾ ਸੀ ਤੇ ਮੈਨੂੰ ਇੰਝ ਲੱਗਦਾ ਸੀ ਕਿ ਮੈਂ ਮਤਲਬ ਆਈ ਐਮ ਗੈਟਿੰਗ ਫਾਈਨ, ਬੈਟਰ ਹੁੰਦਾ ਜਾਂਦਾ ਸੀ ਮੈਂ ਹਰ ਵਾਰੀ ਪੜ੍ਹਨ ਦੇ ਬਾਅਦ। ਤੇ ਫਿਰ ਮੈਂ ਸੋਚਿਆ, ਮੈਂ ਕਿ ਯਾਰ ਦੇਖੋ ਇਹ ਸਿਰਫ ਆਪਣਾ ਦੇਸ਼ ਹੀ ਹੈਗਾ, ਆਪਣੀ ਕੌਮ ਹੀ ਹੈਗੀ ਹੈ ਜੀ ਜਿਹੜੀ ਇੱਕ ਦੂਜੇ ਦੇ ਨਾਲ ਖੜੀ ਹੁੰਦੀ ਹੈ। ਉਹ ਕਿੱਥੇ ਕੈਨੇਡਾ ਵਿਚਾਰੇ ਸਵੇਰੇ 12 ਘੰਟੇ ਦਾ ਫਰਕ ਸੀ, ਬਟ ਉਹ ਸਵੇਰੇ ਸ਼ਾਮ ਮੈਨੂੰ ਭੇਜਦੇ ਸੀ। अच्छा फिर वो भजन भेजते थे, मेरे को पता नहीं जो आपके सॉरी, तो वो कीर्तन भेजते थे और वो ऐसी एनर्जी देते थे ना सिरसा साहब, आई कैन नॉट एक्सप्लेन कि मतलब वो मतलब उसका अमृत का भी मेरे को नहीं पता था, अमृत का गुजराल साहब ने बताया। गुजराल साहब आपको पता ही है सारा। ਜੀ ਬਿਲਕੁਲ ਜੀ, ਜਿਹੜਾ ਕੀਰਤਨ ਆ ਨਾ ਇਹ ਜੋ ਕਲਯੁਗ ਆ ਇਸ ਦੇ ਅੰਦਰ ਕੀਰਤਨ ਦੀ ਬਹੁਤ ਵੱਡੀ ਅਹਿਮੀਅਤ ਹੈ। ਕੀਰਤਨ ਹੀ ਪ੍ਰਧਾਨ ਆ। ਔਰ ਕੀਰਤਨ ਕੀ ਆ? ਕੀਰਤਨ ਉਸ ਪਰਮਾਤਮਾ ਨੂੰ, ਅਕਾਲ ਪੁਰਖ ਦੀ ਉਸਤਤ ਕਰਨਾ, ਉਸ ਨੂੰ ਧਿਆਉਣਾ, ਉਸ ਦੀ ਵਡਿਆਈ ਕਰਨੀ, ਉਸ ਨੂੰ ਪ੍ਰਸੰਨ ਕਰਨ ਦੀ ਇੱਕ ਪ੍ਰਕਿਰਿਆ ਹੈ ਜਿੱਥੇ ਅਸੀਂ ਰੱਬ ਦੀ ਉਸਤਤ ਕਰਦੇ ਹਾਂ। ਔਰ ਜਿਹੜਾ ਵੀ ਇਨਸਾਨ ਕੀਰਤਨ ਨਾਲ ਜੁੜਦਾ, ਗੁਰਬਾਣੀ ਨਾਲ ਜੁੜਦਾ ਹੈ, ਕਿਉਂਕਿ ਗੁਰਬਾਣੀ ਕੋਈ ਇੱਕ ਧਰਮ ਦੀ ਨਹੀਂ ਹੈਗੀ। ਗੁਰਬਾਣੀ ਦੀ ਕੋਈ ਸੀਮਾ ਇਹ ਨਹੀਂ ਕਿ ਕੋਈ ਇੱਕ ਪਰਟੀਕੂਲਰ ਰਿਲੀਜਨ ਨੂੰ ਕਰਦੀ, ਉਹ ਅਕਾਲ ਪੁਰਖ ਦੀ ਉਸਤਤ ਕਰਦੀ ਔਰ ਉਸ ਅਕਾਲ ਪੁਰਖ ਨਾਲ ਗੱਲ ਕਰਦੀ। ਗੁਰਬਾਣੀ ਤੁਹਾਨੂੰ ਉਸ ਅਕਾਲ ਪੁਰਖ ਨਾਲ ਜੋੜ ਦਿੰਦੀ ਆ। ਸੋ ਤੁਸੀਂ ਇਸ ਨੂੰ ਖੁਦ, ਇਸ ਡਿਵਾਈਨ ਫੀਲਿੰਗ ਨੂੰ ਖੁਦ ਫੀਲ ਕੀਤਾ ਹੈ। ਸਾਡੇ ਨਾਲ ਕੈਪਟਨ ਗੁਜਰਾਲ ਵੀ ਨੇ, ਮੈਂ ਉਹਨਾਂ ਨੂੰ ਵੀ ਚਾਹੂੰਗਾ ਕਿ ਉਹ ਵੀ ਜ਼ਰੂਰ ਜਦੋਂ ਇਹਨਾਂ ਨਾਲ ਗੱਲਬਾਤ ਹੋਈ ਤੇ ਆਪਣਾ ਐਕਸਪੀਰੀਅੰਸ ਨੂੰ ਲੋਕਾਂ ਨਾਲ ਸ਼ੇਅਰ ਕਰਨ। ਠੀਕ ਆ ਜੀ। ਤੇ ਸਾਹਿਬ ਏਦਾਂ ਹੋਇਆ ਕਿ ਰੋਹਿਤ ਮੇਰੀ ਫਲਾਈਟ ਤੇ ਸੀਗੇ, ਵੇਰਾ ਤੋਂ ਦਿੱਲੀ ਦੀ ਫਲਾਈਟ ਤੇ ਰੋਹਿਤ ਤੇ ਮੇਰਾ ਕੰਟੈਕਟ ਕਾਫੀ ਦੇਰ ਪਹਿਲਾਂ ਛੁੱਟ ਗਿਆ ਸੀ ਤੇ ਰੋਹਿਤ ਮੈਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਉਸ ਫਲਾਈਟ ਤੇ ਜਿਵੇਂ ਪਰਮਾਤਮਾ ਦਾ ਹੱਥ ਨਾਲ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਤੇ ਇਹਨਾਂ ਨੇ ਪੂਰੀ ਕੋਸ਼ਿਸ਼ ਕਰ ਲਈ। ਸਾਡੇ ਕਰੂ ਨੂੰ ਵੀ ਕਿਹਾ ਕਿ ਮੈਂ ਕਪਤਾਨ ਦਾ ਬੜਾ ਖਾਸ ਦੋਸਤ ਹਾਂ, ਉਹਨਾਂ ਨੂੰ ਮੇਰਾ ਨਾਮ ਪਹੁੰਚਾ ਦਿਓ, ਮੈਂ ਮਿਲਣਾ ਚਾਹੁੰਦਾ। ਉਹ ਕਹਿੰਦੇ ਕਪਤਾਨ ਤੇ ਆਪਣਾ ਬਿਜ਼ੀ ਨੇ, ਤੁਸੀਂ ਦੱਸੋ ਕੀ ਸੇਵਾ ਕਰੋਗੇ। ਤੇ ਇਹਨਾਂ ਬਸ ਪਰਮਾਤਮਾ ਨੇ ਹੱਥ ਦੇ ਕੇ ਰੱਖਿਆ, ਸਾਡੀ ਮੁਲਾਕਾਤ ਨਹੀਂ ਹੋਈ। ਤੇ ਮੈਨੂੰ ਪਤਾ ਚੱਲਿਆ ਟੀਵੀ ਚੈਨਲ ਦੇ ਮਾਧਿਅਮ ਨਾਲ ਕਿ ਇਹ ਮੇਰੀ ਫਲਾਈਟ ਤੇ ਸੀਗੇ ਤੇ ਮੈਂ ਇਹਨਾਂ ਨੂੰ ਫੋਨ ਕੀਤਾ। ਇਹ ਕਹਿਣ ਲੱਗੇ, ਕਹਿੰਦੇ ਕੈਪਟਨ ਗੁਜਰਾਲ ਆਈ ਵਾਸ ਟ੍ਰਾਈਂਗ ਟੂ ਰੀਚ ਯੂ, ਮੈਂ ਤਾਂ ਤੁਹਾਡਾ ਨੰਬਰ ਹੀ ਮੇਰੇ ਕੋਲ ਸੀਗਾ ਨਹੀਂ, ਬਟ ਕਹਿੰਦੇ ਪਰਮਾਤਮਾ ਨੇ ਹੱਥ ਦੇ ਕੇ ਰੱਖਿਆ ਕਿ ਮੈਂ ਤੁਹਾਨੂੰ ਮਿਲਿਆ ਨਹੀਂ ਕਿਉਂਕਿ ਮੈਂ ਕਰੋਨਾ ਪੋਜ਼ਿਟਿਵ ਸੀਗਾ, ਮੈਨੂੰ ਪਤਾ ਨਹੀਂ ਸੀ। ਤੇ ਫਿਰ ਉਹਨਾਂ ਨੇ ਮੈਨੂੰ ਆਪਣੀ ਗੱਲ ਦੱਸੀ, ਸਫਦਰਜੰਗ ਹਸਪੀਟਲ ਵਿੱਚ ਕਿੱਦਾਂ ਇਹਨਾਂ ਨੂੰ ਅੰਮ੍ਰਿਤ ਇਹਨਾਂ ਦੇ ਫਰੈਂਡ ਨੇ ਭੇਜਿਆ ਤੇ ਕਿੱਦਾਂ ਕੜਾ ਪ੍ਰਸ਼ਾਦ ਭੇਜਿਆ। ਤੇ ਆਈ ਟੋਲਡ ਹਿਮ ਦੈਟ ਆਈ ਸੈਡ ਯੂ ਆਰ ਬਲੈਸਡ, ਤੁਹਾਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਹੈ। ਤੇ ਮੈਂ ਉਹਨੂੰ ਸਾਰੀ ਆਪਣੀ ਹਿਸਟਰੀ ਦੱਸੀ ਬੰਗਲਾ ਸਾਹਿਬ ਦੀ, ਜਿੱਦਾਂ ਤੁਸੀਂ ਹੁਣ ਲੋਕਾਂ ਨੂੰ ਦੱਸੋ ਹਿਸਟਰੀ ਬੰਗਲਾ ਸਾਹਿਬ ਦੀ, ਲੋਕਾਂ ਨੂੰ ਪਤਾ ਚਲੇ ਕਿ ਵਾਟ ਐਗਜ਼ੈਕਟਲੀ ਇਜ਼ ਦੀ ਹਿਸਟਰੀ, ਕਿੱਦਾਂ ਸਾਡਾ ਗੁਰਦੁਆਰਾ ਬੰਗਲਾ ਸਾਹਿਬ ਜਿਹਦੇ ਅਸੀਂ ਵੀ ਬੜੀ ਸਟਰੋਂਗ ਫੋਲੋਇੰਗ ਆ। ਇਨਫੈਕਟ ਮੇਰੀ ਅੱਜ ਤੋਂ 20 ਸਾਲ ਪਹਿਲੇ ਦੀ ਗੱਲ ਹੈ, ਜਦ ਮੇਰੇ ਕੋਲ ਨੌਕਰੀ ਨਹੀਂ ਸੀ ਹੁੰਦੀ, ਮੈਂ ਸੁੱਖਿਆ ਸੀ, ਮੈਂ 1 ਸਾਲ ਪੂਰਾ ਮੈਂ ਗੁਰਦੁਆਰਾ ਬੰਗਲਾ ਸਾਹਿਬ ਗਿਆ ਤੇ ਮੇਰੀ ਨੌਕਰੀ ਲੱਗੀ। ਉਸ ਟਾਈਮ ਤੇ ਲਗਭਗ 3,500-4,000 ਮੁੰਡਾ ਬੈਠਾ ਐਗਜ਼ਾਮ ਵਾਸਤੇ, ਸਿਰਫ 20 ਮੁੰਡੇ ਸਿਲੈਕਟ ਕੀਤੇ। ਇਹ ਮਹਾਰਾਜ ਦੀ ਬੜੀ ਬਖਸ਼ਿਸ਼ ਹੋਈ। ਤੇ ਮੈਨੂੰ ਮੇਰੇ ਫਾਦਰ ਮਦਰ ਨੇ ਹਮੇਸ਼ਾ ਕਿਹਾ ਕਿ ਬੱਚੇ ਤੇਰੀ ਨੌਕਰੀ ਲੱਗੀ, ਬਸ ਤੂੰ ਆਪਣਾ ਗੁਰਦੁਆਰੇ ਜਾਂਦਾ ਰਹੇ। ਤੇ ਅੱਜ ਤੱਕ ਅਸੀਂ ਮਤਲਬ ਸ਼ੁਕਰਗੁਜ਼ਾਰ ਹੈਗੇ ਆ ਪਰਮਾਤਮਾ ਦੇ ਜਿਹਨਾਂ ਸਾਨੂੰ ਏਦਾਂ ਜੋੜ ਕੇ ਰੱਖਿਆ ਆਪਣੇ ਨਾਲ। ਤੇ ਅੱਗੇ ਗੁਜਰਾਲ ਸਾਹਿਬ ਇਹ ਭਾਵਨਾ ਜਿਹੜੀ ਆ ਇਹ ਹਰ ਸਿੱਖ ਅੰਦਰ, ਲੇਕਿਨ ਗੱਲ ਵਿਸ਼ਵਾਸ ਦੀ ਆ। ਉਸ ਅਕਾਲ ਪੁਰਖ ਤੇ ਜਿਸਨੇ ਭਰੋਸਾ ਰੱਖਿਆ ਹੈ, ਜਿਸਨੇ ਉਸ ਅਕਾਲ ਪੁਰਖ ਤੇ ਵਿਸ਼ਵਾਸ ਰੱਖਿਆ ਹੈ, ਜਿਵੇਂ ਤੁਸੀਂ ਕਿਹਾ ਸਭ ਦੀ ਜ਼ਿੰਦਗੀ ਦੇ ਅੰਦਰ ਹੀ ਆਉਂਦਾ। ਮੇਰੀ ਜ਼ਿੰਦਗੀ ਵੀ ਇਸੇ ਤਰ੍ਹਾਂ ਬਦਲੀ। ਮੇਰੇ ਕੋਲ ਵੀ ਜੋ ਕੁਛ ਅੱਜ ਉਸ ਅਕਾਲ ਪੁਰਖ ਦਾ ਦਿੱਤਾ ਹੈ, ਉਹ ਮੈਂ ਵੀ ਗੁਰਦੁਆਰਾ ਬੰਗਲਾ ਸਾਹਿਬ ਤੋਂ, ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸਵੇਰੇ 5:30 ਵਜੇ ਮੈਂ ਜਾ ਕੇ ਪਹਿਲਾਂ ਸੀਸਗੰਜ ਸਾਹਿਬ ਪਹੁੰਚਣਾ ਔਰ ਉਸ ਤੋਂ ਬਾਅਦ ਬੰਗਲਾ ਸਾਹਿਬ, ਔਰ ਉੱਥੋਂ ਹੀ ਮੇਰੇ ਤੇ ਸਾਰੀਆਂ ਬਖਸ਼ਿਸ਼ਾਂ ਹੋਈਆਂ। ਕਿਉਂਕਿ ਇਨਸਾਨ ਦੇ ਕੋਲ ਰੱਬ ਦਾ ਨਾਮ ਹੈਗਾ ਹੈ, ਇਨਸਾਨ ਰੱਬ ਨੂੰ ਜਾਣਦਾ ਵੀ ਹੈ, ਕਿਉਂਕਿ ਜਿਹੜਾ ਗੁਰਬਾਣੀ ਨਾਲ ਜੁੜ ਜਾਂਦਾ ਹੈ ਉਹਦੀ ਆਪਣੇ ਆਪ ਹੀ ਰੱਬ ਨਾਲ ਜਾਣ ਪਛਾਣ ਹੋ ਜਾਂਦੀ ਹੈ, ਉਹ ਰੱਬ ਦੀ ਉਸਤਤ ਕਰਨ ਲੱਗ ਪੈਂਦਾ ਹੈ। ਪਰ ਗੱਲ ਹੈ ਕਿ ਵਿਸ਼ਵਾਸ ਦੀ, ਮੈਂ ਆਪਣੇ ਨਾਲ ਰੋਹਿਤ ਜੀ ਨੇ ਦੱਸਿਆ ਕਿ ਭਾਵੇਂ ਉਹ ਗੁਰਦੁਆਰਾ ਸਾਹਿਬ ਨਹੀਂ ਗਏ ਸੀ ਪਰ ਉਹਨਾਂ ਦਾ ਵਿਸ਼ਵਾਸ ਸੀ। ਇਹ ਜਿਹੜਾ ਵਿਸ਼ਵਾਸ ਆ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੇ ਦਿੱਲੀ ਦੇ ਅੰਦਰ ਚੇਚਕ ਦੀ ਬਿਮਾਰੀ ਦੀ ਮਹਾਮਾਰੀ ਨੂੰ ਖਤਮ ਕੀਤਾ ਸੀ ਉਸ ਵੇਲੇ ਜੋ ਅੱਗ ਪੈ ਰਹੀ ਸੀ। ਔਰ ਅੱਜ ਵੀ ਜਿਹੜੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਆ, ਮੈਂ ਰੋਹਿਤ ਜੀ ਤੁਹਾਨੂੰ ਦੱਸਣਾ ਚਾਹੁੰਦਾ, ਗੁਜਰਾਲ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਹੈ, ਮੈਂ ਦੇਸ਼ ਦੇ ਬਹੁਤ ਵੱਡੇ ਜਿਹੜੇ ਅੱਜ ਦੇਸ਼ ਦੇ ਮਿਨਿਸਟਰ ਨੇ, 2 ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਉਹਨਾਂ ਨਾਲ, ਮੈਨੂੰ ਪਤਾ ਕਿ ਕੀ ਚਮਤਕਾਰ ਉਹਨਾਂ ਨਾਲ ਬੀਤਿਆ ਇਸ ਬੰਗਲਾ ਸਾਹਿਬ ਦੇ ਅੰਦਰ।
ਮੈਂ ਬਹੁਤ ਲੋਕਾਂ ਨੂੰ ਨਿੱਜੀ ਤੌਰ ਤੇ ਜਾਣਦਾ ਜਿਨ੍ਹਾਂ ਦੀਆਂ ਐਸੀਆਂ ਬਿਮਾਰੀਆਂ ਜਿਨ੍ਹਾਂ ਦਾ ਖਾਤਮਾ ਹੋਣ ਦਾ ਡਾਕਟਰਾਂ ਨੇ ਹੱਥ ਖੜੇ ਕਰਤੇ ਸੀ। ਮੇਰੇ ਪੰਜਾਬੀ ਬਾਗ ਦਾ ਇੱਕ ਪਰਿਵਾਰ ਆ, ਉਹਨਾਂ ਦੇ ਇੱਕ ਸਰਦਾਰ ਸਾਹਿਬ ਨੇ, ਔਰ ਮੈਂ ਐਸੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ। ਪਰ ਹੁੰਦਾ ਕੀ ਆ ਕਿ ਸਾਡੇ ਗੱਲ ਕਰਨ ਦੀ ਔਰ ਜਿਸ ਨਾਲ ਖੁਦ ਬੀਤਰੀ ਹੋਵੇ ਉਸ ਦੀ ਗੱਲ ਕਰਨ ਦਾ ਬਹੁਤ ਅੰਤਰ ਹੁੰਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਲੋਕ ਇਸ ਗੱਲ ਨੂੰ ਮਹਿਸੂਸ ਕਰਨਗੇ। ਮੈਂ ਦੱਸਣਾ ਚਾਹੁੰਦਾ ਰੋਹਿਤ ਜੀ, ਜਿਹੜੇ ਸਾਡੇ ਬਹੁਤ ਵੱਡੇ ਕੀਰਤਨੀਏ ਸੀਗੇ, ਜਦੋਂ ਉਹਨਾਂ ਦਾ ਕੱਲ ਚਲਾਣਾ ਹੋ ਗਿਆ ਔਰ ਕਰੋਨਾ ਵਾਇਰਸ ਕਰਕੇ ਭਾਈ ਨਿਰਮਲ ਸਿੰਘ ਖਾਲਸਾ ਜੀ ਚੜਾਈ ਕਰ ਗਏ, ਉਹਨਾਂ ਦੇ ਜਿਹੜੇ ਸਾਥੀ ਨੇ ਉਹ ਵੀ ਡਿਟੈਕਟ ਹੋਇਆ, ਉਹਨਾਂ ਨੂੰ ਵੀ ਪੋਜ਼ਿਟਿਵ ਕਰੋਨਾ। ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ, ਜਦੋਂ ਮੈਂ ਉਹਨਾਂ ਨੂੰ ਇਹੀ ਗੱਲ ਕਹੀ, ਜੋ ਤੁਹਾਡੀ ਗੱਲ ਹੈ, ਤੁਹਾਡਾ ਰੈਫਰੈਂਸ ਦੇ ਕੇ ਦੱਸਿਆ ਉਹਨਾਂ ਨੂੰ ਕਿ ਸਾਡੇ ਇੱਕ ਮਿੱਤਰ ਨੇ, ਉਹਨਾਂ ਨੇ ਕਰੋਨਾ ਨਾਲ ਲੜਾਈ ਲੜੀ, ਕਰੋਨਾ ਹਾਰਿਆ, ਉਹ ਜਿੱਤੇ ਨੇ। ਇਹ ਇੱਕ ਦੋ ਲੋਕਾਂ ਦੀ ਲੜਾਈ ਆ, ਜਿੱਥੇ ਦੁਸ਼ਮਣ ਔਰ ਤੁਸੀਂ ਜੇ ਤੁਸੀਂ ਕਮਜ਼ੋਰ ਪੈ ਗਏ, ਦੁਸ਼ਮਣ ਤੁਹਾਨੂੰ ਮਾਰ ਦੇਗਾ, ਜੇ ਤੁਸੀਂ ਤਕੜੇ ਰਹਿ ਗਏ ਤਾਂ ਤੁਸੀਂ ਦੁਸ਼ਮਣ ਨੂੰ ਮਾਰ ਦੋਗੇ। ਸੋ ਇੱਕ ਪੋਜ਼ਿਟਿਵਿਟੀ, ਉਸ ਅਕਾਲ ਪੁਰਖ ਦੇ ਉੱਤੇ ਵਿਸ਼ਵਾਸ ਨਾਲ ਲੋਕਾਂ ਰੱਖਿਆ ਹੈ, ਫਿਰ ਉਹਨਾਂ ਦਾ ਵਿਸ਼ਵਾਸ ਕਦੇ ਡੋਲਦਾ ਨਹੀਂ। ਸੋ ਮੈਨੂੰ ਅੱਛਾ ਲੱਗਾ ਰੋਹਿਤ ਜੀ, ਤੁਹਾਡੀ ਇਹ ਗੱਲਬਾਤ ਜਿਹੜੀ ਆ ਦੁਨੀਆ ਤੱਕ ਪਹੁੰਚੂਗੀ। ਤੁਹਾਡੇ ਸਮੇਂ ਕੈਪਟਨ ਗੁਜਰਾਲ ਜੀ ਦਾ ਵੀ ਬਹੁਤ ਧੰਨਵਾਦ ਕਰਦਾ, ਰੋਹਿਤ ਜੀ ਤੁਹਾਡਾ ਵੀ ਧੰਨਵਾਦ ਕਰਦਾ। ਔਰ ਮੈਂ ਉਮੀਦ ਕਰਦਾ ਕਿ ਆਪਾਂ ਇਸੇ ਤਰ੍ਹਾਂ ਮਿਲ ਕੇ ਇਸ ਮਾਨਵਤਾ ਦੀ ਜਿੱਥੇ ਸੇਵਾ ਕਰਾਂਗੇ। ਔਰ ਜਿਸ ਦਿਨ ਤੁਸੀਂ ਜਿਵੇਂ ਦੱਸਿਆ ਕਿ ਸਭ ਤੋਂ ਪਹਿਲਾਂ ਬੰਗਲਾ ਸਾਹਿਬ ਆਉਣਾ, ਜਿਸ ਦਿਨ ਤੁਸੀਂ ਬੰਗਲਾ ਸਾਹਿਬ ਆਓਗੇ, ਅਸੀਂ ਤੁਹਾਨੂੰ ਉੱਥੇ ਸਭ ਤੋਂ ਪਹਿਲਾਂ, ਜਦੋਂ ਇਹ ਲੋਕਡਾਊਨ ਖੁੱਲੂਗਾ, ਅਸੀਂ ਵੀ ਤੁਹਾਨੂੰ ਉੱਥੇ ਮਿਲਾਂਗੇ। ਔਰ ਤੁਹਾਡੇ ਵਾਸਤੇ ਔਰ ਤੁਹਾਡੇ ਪਰਿਵਾਰ ਵਾਸਤੇ ਔਰ ਦੇਸ਼ ਔਰ ਦੁਨੀਆ ਦੀ ਮਾਨਵਤਾ ਵਾਸਤੇ ਅਸੀਂ ਫਿਰ ਤੋਂ ਅਰਦਾਸ ਕਰਾਂਗੇ।